ਬਾਬੇ ਫਰੀਦ ਨੇ ਇੱਕ ਸੋਹਣੀ ਮਿਸਾਲ ਦੇ ਕੇ ਆਪਣੀ ਇੱਕ ਅਵਸਥਾ ਦਾ ਜ਼ਿਕਰ ਕੀਤਾ ਹੈ। ਇੱਕ ਦਿਨ ਉਹਨਾਂ ਨੇ ਇਸ਼ਾ ਦੀ ਨਮਾਜ਼ ਨਹੀਂ ਪੜ੍ਹੀ ਸੀ। ਇਸ਼ਾ ਦੀ ਨਮਾਜ਼ ਜਦ ਸੂਰਜ ਗਰੂਬ ਹੋ ਜਾਂਦਾ ਹੈ, ਆਸਮਾਨ ਤੇ ਲਾਲੀ ਛਾ ਜਾਂਦੀ ਹੈ, ਉਸ ਸਮੇਂ ਵੀ ਇੱਕ ਮੁਸਲਮਾਨ ਨਮਾਜ਼ ਪੜ੍ਹਦੇ ਨੇ, ਉਹਨੂੰ ਇਸ਼ਾ ਦੀ ਨਮਾਜ਼ ਕਹਿੰਦੇ ਨੇ। ਨਮਾਜ਼ ਇਸ਼ਾ ਉਹ ਨਹੀਂ ਪੜ੍ਹੀ ਸੀ। ਕੁਛ ਸਰੀਰ ਉਸ ਦਿਨ ਸਾਥ ਨਹੀਂ ਦੇ ਰਿਹਾ ਸੀ, ਕੁਛ ਅੰਦਰ ਕਈ ਦਫਾ ਮਨ ਅੜੀ ਕਰ ਜਾਂਦਾ ਹੈ। ਚੰਗੇ ਚੰਗੇ ਸਾਧੂ ਸੰਤ ਫਕੀਰਾਂ ਦਾ ਵੀ ਇਹ ਵੀ ਮਹਿਸੂਸ ਕਰਦੇ ਆ, ਨਹੀਂ ਪੜ੍ਹੀ। ਰੋਜ਼ ਰੋਜ਼ ਨਿਤਨੇਮ ਕਰਨ ਵਾਲੇ ਵੀ ਕਈ ਦਫਾ ਸੋਚਦੇ ਨੇ ਚਲੋ ਅੱਜ ਨਾ ਹੀ ਸਹੀ। ਰੋਜ਼ ਰੋਜ਼ ਅੰਮ੍ਰਿਤ ਵੇਲੇ ਉੱਠਣ ਵਾਲੇ ਵੀ ਕਈ ਦਫਾ ਫੈਸਲਾ ਕਰ ਲੈਂਦੇ ਨੇ ਚਲੋ ਅੱਜ ਨਾ ਹੀ ਸਹੀ। ਇਹ ਜੋ ਮੈਂ ਤੁਹਾਨੂੰ ਸੁਣਾ ਰਿਹਾ ਇਹ ਬਹੁਤਿਆਂ ਦੀ ਜ਼ਿੰਦਗੀ ਦੀ ਘਟਨਾ ਹੈ। ਚਲੋ ਰੋਜ਼ ਤੇ ਉੱਠਦੇ ਆ, ਅੱਜ ਨਾ ਹੀ ਸਹੀ। ਰੋਜ਼ ਤੇ ਜਪਦੇ ਆ, ਅੱਜ ਨਾ ਹੀ ਸਹੀ। ਰੋਜ਼ ਤੇ ਪਾਠ ਕਰਦੇ ਆ, ਅੱਜ ਨਾ ਹੀ ਸਹੀ। ਬਾਬਾ ਫਰੀਦ ਕਹਿੰਦੇ ਨੇ ਇਸ ਤਰ੍ਹਾਂ ਹੀ ਮਨ ਨੇ ਆਖਿਆ, ਰੋਜ਼ ਤੇ ਇਸ਼ਾ ਦੀ ਨਮਾਜ਼ ਪੜ੍ਹਦੇ ਆ, ਅੱਜ ਨਾ ਹੀ ਸਹੀ। ਕੀ ਫਰਕ ਪੈਂਦਾ ਹੈ? ਨਹੀਂ ਪੜ੍ਹੀ, ਇਸ਼ਾ ਲੰਘ ਗਈ। ਤੇ ਮੁਸਲਮਾਨਾਂ ਦੇ ਚ ਇੱਕ ਕਹਾਵਤ ਹੈ, ਵੇਲੇ ਦੀ ਨਮਾਜ਼ ਕੁਵੇਲੇ ਦੀਆਂ ਟੱਕਰਾਂ। ਸਮੇਂ ਸਿਰ ਔਰ ਸਮੇਂ ਦੀ ਨਮਾਜ਼ ਨਹੀਂ ਪੜ੍ਹੀ, ਬਾਅਦ ਦੇ ਤੇ ਟੱਕਰਾਂ ਹੀ ਨੇ। ਅਗਰ ਪੜ੍ਹਨਾ ਹੈ ਤੇ ਸਮੇਂ ਦਾ ਆਪਣਾ ਪ੍ਰਭਾਵ ਹੁੰਦਾ ਹੈ, ਸਮੇਂ ਦਾ ਆਪਣਾ ਅਸਰ ਹੈ। ਸਵੇਰੇ ਜੋ ਮਨ ਦੀ ਹਾਲਤ ਆਉਂਦੀ ਹੈ ਦੁਪਹਿਰ ਦੇ ਚੋਂ ਨਹੀਂ ਆਉਂਦੀ, ਦੁਪਹਿਰ ਦੇ ਜੋ ਮਨ ਦੀ ਹਾਲਤ ਆਉਂਦੀ ਹੈ ਸ਼ਾਮ ਦੇ ਚੋਂ ਨਹੀਂ ਆਉਂਦੀ, ਸ਼ਾਮ ਦੇ ਜੋ ਮਨ ਦੀ ਹਾਲਤ ਆਉਂਦੀ ਹੈ ਉਹ ਕਿਸੇ ਹੱਦ ਤੱਕ ਰਾਤ ਦੇ ਚ ਨਹੀਂ ਆਉਂਦੀ। ਸਮੇਂ ਦਾ ਆਪਣਾ ਪ੍ਰਭਾਵ ਹੈ। ਸਰਦੀ ਦੇ ਚ ਮਨ ਦੀ ਹਾਲਤ ਕੁਝ ਹੋਰ ਹੋ ਜਾਂਦੀ ਹੈ, ਗਰਮੀ ਚ ਕੁਝ ਹੋਰ ਹੋ ਜਾਂਦੀ ਹੈ, ਮੌਸਮੇ ਖਿਜ਼ਾਂ ਦੇ ਚ ਮਨ ਕੁਝ ਹੋਰ ਹੋ ਜਾਂਦਾ ਹੈ, ਮੌਸਮੇ ਬਹਾਰ ਦੇ ਚ ਮਨ ਕੁਝ ਹੋਰ ਹੋ ਜਾਂਦਾ ਹੈ। ਮੌਸਮ ਦਾ ਬਕਾਇਦਾ ਤਨ ਤੇ ਮਨ ਦੇ ਉੱਤੇ ਆਪਣਾ ਪ੍ਰਭਾਵ ਹੈ। ਇਸ ਵਾਸਤੇ ਆਦਿ ਕਾਲ ਤੋਂ ਰਿਸ਼ੀ ਮੁਨੀਆਂ ਨੇ, ਸੰਤ ਜਨਾਂ ਨੇ ਐਸਾ ਆਖਿਆ, ਇੱਕ ਐਸਾ ਸਮਾਂ ਵੀ ਹੈ ਜਿਹਨੂੰ ਬ੍ਰਹਮ ਮੁਹੂਰਤ ਕਹਿ ਸਕਦੇ ਹਾਂ, ਅਲਲ ਸੁਬਾਹ ਕਹਿ ਸਕਦੇ ਹਾਂ, ਅੰਮ੍ਰਿਤ ਵੇਲਾ ਕਹਿ ਸਕਦੇ ਹਾਂ। ਉਸ ਸਮੇਂ ਦਾ ਅਸਰ, ਉਸ ਵੇਲੇ ਦਾ ਅਸਰ, ਉਸ ਵਕਤ ਦਾ ਅਸਰ, ਉਸ ਸਮੇਂ ਦਾ ਪ੍ਰਭਾਵ। ਔਰ ਸਤਿਗੁਰਾਂ ਦੀ ਬਾਣੀ ਦਾ ਫਰਮਾਨ ਹੈ, ਹਰ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੁੱਟੇ ਨਾਈ। ਤੋਟ ਹੀ ਨਹੀਂ ਆਉਂਦੀ, ਇਤਨੀ ਬਰਕਤ ਹੈ। ਪਰ ਹੁਣ ਅੰਦਰ ਕਿਧਰੇ ਸ਼ੌਕ ਹੋਵੇ ਤੇ ਸ਼ੌਕ ਉਠਾਵੇ। ਬਾਬਾ ਫਰੀਦ ਕਹਿੰਦੇ ਨੇ ਉਸ ਦਿਨ ਮਨ ਅੜੀ ਕਰ ਗਿਆ, ਨਹੀਂ ਪੜੀ ਨਮਾਜ਼। ਫਰੀਦ ਕਹਿੰਦੇ ਨੇ ਸਾਰੀ ਰਾਤ ਕਰਵਟਾਂ ਦੇ ਲੰਘੀ, ਨੀਂਦ ਹੀ ਨਾ ਆਈ। ਪਛਤਾਵਾ ਹੀ ਦਿਲ ਦਿਮਾਗ ਤੇ ਅਸਵਾਰ ਹੋਇਆ। ਇਸ਼ਾ ਦੀ ਨਮਾਜ਼ ਨਹੀਂ ਪੜ੍ਹੀ, ਪਛਤਾਵਾ। ਇਸ ਨੂੰ ਆਪ ਇੱਕ ਬੜੇ ਸੋਹਣੇ ਸ਼ਲੋਕ ਦੇ ਵਿੱਚ ਵਰਣਨ ਕਰਦੇ ਨੇ। ਫਰੀਦਾ ਅਜ ਨ ਸੁੱਤੀ ਕੰਤ ਸਿਉ, ਅੰਗ ਮੁੜੇ ਮੁੜ ਜਾਏ। ਅੱਜ ਖੁਦਾ ਦਾ ਵਸਲ ਨਸੀਬ ਨਹੀਂ ਸੀ, ਅੱਜ ਨਮਾਜ਼ ਤੋਂ ਟੁੱਟੇ, ਅੰਗ ਮੁੜੇ ਮੁੜ ਜਾਏ। ਸਾਰੀ ਰਾਤ ਕਰਵਟਾਂ ਚ ਲੰਘੀ, ਸਰੀਰ ਦਾ ਅੰਗ ਅੰਗ ਦੁਖ ਰਿਹਾ, ਉਹ ਨੀਂਦਰਾ ਰਹਿ ਗਿਆ, ਪਛਤਾਵਿਆ, ਬੋਝ ਬਣ ਕੇ ਰਿਹਾ। ਜਾਏ ਪੁੱਛੋ ਡੋਹਾਗਣੀ, ਤੁਮ ਕਿਉਂ ਰਹਿਣ ਬਿਹਾਏ। ਡੋਹਾਗਣੀ ਜਿਨ੍ਹਾਂ ਨੂੰ ਕਦੀ ਵਸਲ ਨਸੀਬ ਹੀ ਨਹੀਂ ਹੋਇਆ, ਕਦੀ ਨਮਾਜ਼ ਪੜ੍ਹੀ ਨਹੀਂ, ਪਤਾ ਨਹੀਂ ਕਿਵੇਂ ਰਾਤ ਕੱਟਦੇ। ਬਾਬਾ ਫਰੀਦ ਪਤਾ ਨਹੀਂ ਕਿਵੇਂ ਜ਼ਿੰਦਗੀ ਬਤੀਤ ਕਰਦੇ ਨੇ। ਫਰੀਦ ਹੈਰਾਨ ਨੇ ਕਿਵੇਂ ਜ਼ਿੰਦਗੀ ਲੰਘਾ ਛੱਡਦੇ ਨੇ। ਜਦ ਕਦੀ ਕਿਸੇ ਨੂੰ ਅਭਿਆਸ ਦੀ ਥੋੜੀ ਝਲਕ ਮਿਲਦੀ ਹੈ, ਉਹਦੇ ਅੰਦਰ ਇੱਕ ਤਰਸ ਵੀ ਪੈਦਾ ਹੋ ਜਾਂਦਾ ਹੈ, ਪਤਾ ਨਹੀਂ ਇਹ ਸਿੱਖ ਨਿਤਨੇਮ ਤੋਂ ਬਿਨਾਂ ਕਿਵੇਂ ਦਿਨ ਕੱਟ ਲੈਂਦਾ ਹੈ, ਇਹ ਜਪ ਤੋਂ ਬਿਨਾਂ ਦਿਨ ਕਿਵੇਂ ਗੁਜ਼ਾਰ ਲੈਂਦਾ ਹੈ।
ਇਹ ਗੁਰਬਾਣੀ ਦੇ ਪਾਠ ਤੋਂ ਬਿਨਾ ਸਮਾਂ ਕਿਵੇਂ ਕੱਟ ਲੈਂਦਾ ਹੈ। ਉਸ ਦੇ ਅੰਦਰ ਦਇਆ ਵੀ ਪੈਦਾ ਹੁੰਦੀ ਹੈ, ਹੈਰਾਨਗੀ ਵੀ ਪੈਦਾ ਹੁੰਦੀ ਹੈ। ਲੇਕਿਨ ਐਸੀ ਅਵਸਥਾ ਚੰਗੇ ਤੋਂ ਚੰਗੇ ਅਭਿਆਸੀਆਂ ਦੀ ਵੀ ਬਣਦੀ ਹੈ, ਕਦੀ ਮਨ ਅੜੀ ਕਰ ਜਾਂਦਾ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ। ਹੁਣੇ ਹੀ ਮੈਨੂੰ ਚਾਕਰ ਸਾਹਿਬ ਇੱਕ ਗਾਥਾ ਸੁਣਾ ਰਹੇ ਸਨ ਕਮਰੇ ਵਿੱਚ। ਬਾਬਾ ਸੁੰਦਰ ਸਿੰਘ ਅਲੀ ਬੇਗ ਦੀਆਂ ਗੱਲਾਂ ਚਲੀਆਂ। ਇੱਕ ਬ੍ਰਹਮ ਗਿਆਨੀ ਆਤਮਾ ਜੋ ਦੇਸ਼ ਦੀ ਵੰਡ ਤੋਂ ਪਹਿਲੇ ਸਰੀਰ ਛੋੜ ਗਏ ਸਨ, ਔਰ ਵਾਕਈ ਭੇਜੀ ਹੋਈ ਆਤਮਾ ਜਿਸ ਮਹੱਲੇ ਚੋਂ ਲੰਘ ਜਾਣ ਮੁਸਲਮਾਨ ਵੀ ਸਜਦਾ ਕਰਦੇ ਸਨ, ਝੁਕ ਜਾਂਦੇ ਸਨ। ਔਰ ਹਰ ਮੁਸਲਮਾਨ ਕਹਿੰਦਾ ਸੀ ਜ਼ਿੰਦਗੀ 'ਚ ਇੱਕ ਪੀਰ ਦੇਖਿਆ, ਜ਼ਿੰਦਗੀ 'ਚ ਇੱਕ ਵਲੀ ਦੇਖਿਆ। ਬੇਦੀ ਖਾਨਦਾਨ ਚੋਂ ਸਨ। ਅੱਠੇ ਪੈਰ ਭਜਨ ਦਾ ਰੂਪ। ਭਜਨ ਕਿਸ ਨੂੰ ਕਹਿੰਦੇ ਨੇ? ਬਾਬਾ ਸੁੰਦਰ ਸਿੰਘ ਨੂੰ ਵੇਖ ਲਈਏ। ਬੰਦਗੀ ਕਿਸ ਨੂੰ ਕਹਿੰਦੇ ਨੇ? ਉਹਨਾਂ ਦੀ ਤਰਜ਼ੇ ਜ਼ਿੰਦਗੀ। ਤੇ ਚਾਕਰ ਸਾਹਿਬ ਅੱਜ ਮੈਨੂੰ ਦੱਸ ਰਹੇ ਸਨ, ਸੁਲਝੇ ਵਿਦਵਾਨ ਨੇ, ਜਾਪ ਸਾਹਿਬ, ਬਕਾਇਦਾ ਇਹਨਾਂ ਨੇ ਟੀਕਾ ਤੇ ਵਿਆਖਿਆ ਬੜੀ ਸੁੰਦਰ ਲਿਖੀ ਹੈ। ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਛਾਪੀ ਹੈ। ਮੁਖਤਸਰ ਮੈਂ ਅਰਜ਼ ਕਰਾਂ, ਇਹ ਕਿਧਰੇ ਉਹਨਾਂ ਕੋਲ ਰਹੇ ਨੇ। ਮੈਂ ਤੇ ਕਿਧਰੇ ਇਹਨਾਂ ਨੂੰ ਇੱਕ ਸੁਣੀ ਸੁਣਾਈ ਗਾਥਾ ਸੁਣਾ ਬੈਠਾ, ਬਜ਼ੁਰਗਾਂ ਕੋਲ ਜਿਹੜੇ ਅਜੇ ਵੀ ਜ਼ਿੰਦਾ ਨੇ। ਇੱਕ ਮੁਸਲਮਾਨ ਫਕੀਰ ਸੀ ਡੇਰੇ ਦੇ ਕੋਲ। ਉਹ ਬਾਬਾ ਸੁੰਦਰ ਸਿੰਘ ਜਦ ਰੋਟੀ ਲਿਆਨ ਤੇ ਖਾਂਦਾ ਸੀ, ਉਂਝ ਨਹੀਂ ਖਾਂਦਾ ਸੀ। ਤੇ ਬਾਬਾ ਸੁੰਦਰ ਸਿੰਘ ਇੱਕ ਦਿਨ 3 ਦਿਨ ਬਿਮਾਰ ਰਹਿ ਗਏ। ਰੋਟੀ ਨਹੀਂ ਪਹੁੰਚਾਈ, ਨਹੀਂ ਖਾਧੀ ਉਹਨਾਂ ਨੇ। ਮੀਰਪੁਰ ਦੀ ਉਹ ਬੋਲੀ ਬੋਲਦਾ ਹੁੰਦਾ ਸੀ। ਰਾਵਲਪਿੰਡੀ ਤੇ ਕਸ਼ਮੀਰ ਦੀ ਬੋਲੀ ਦੀ ਝਲਕ ਸੀ ਉਸਦੀ। ਮੁਸਲਮਾਨ ਆ ਕੇ ਤਰਲੇ ਲੈਣ, ਫਕੀਰ ਸਾਈਂ ਰੋਟੀ ਖਾਓ। ਤੇ ਬਾਬਾ ਸੁੰਦਰ ਸਿੰਘ ਜੀ ਨੂੰ ਤਹਿਸੀਲਦਾਰ ਕਰਕੇ ਬੁਲਾਉਂਦਾ ਸੀ। ਮੈਂ ਕੀ ਤਹਿਸੀਲਦਾਰ ਆਵੇਗਾ ਖਿਲਾਵੇਗਾ, ਉਂਝ ਨਹੀਂ। ਬੋਲੀ ਉਧਰ ਦੀ ਬੋਲਦਾ ਸੀ। ਮੇਰਾ ਤਹਿਸੀਲਦਾਰ ਆਏਗਾ ਖਿਲਾਏਗਾ, ਉਂਝ ਨਹੀਂ। ਔਰ ਗਜ਼ਬ ਦੀ ਗੱਲ, ਜਿਸ ਦਿਨ ਉਸਨੇ ਚਲਾਣਾ ਕਰਨਾ ਸੀ, ਜਾਣਾ ਸੀ, ਬਾਬਾ ਸੁੰਦਰ ਸਿੰਘ ਤੋਂ ਕੁਝ ਅਰਸਾ ਪਹਿਲੇ ਗੁਜ਼ਰ ਗਿਆ। ਤੇ ਬਾਬਾ ਸੁੰਦਰ ਸਿੰਘ ਨੂੰ ਬੁਲਾ ਕੇ ਕਹਿਣ ਲੱਗਾ, ਅੱਜ ਮੇਰਾ ਵਿਆਹ ਵੇ, ਮੇਰੇ ਵਾਸਤੇ ਨਵੇਂ ਕੱਪੜੇ ਲਿਆ। ਬਾਬਾ ਸੁੰਦਰ ਸਿੰਘ ਸਿਲਾ ਕੇ ਲਿਆ, ਚੋਲਾ ਲਿਆ, ਤਹਿਮਤ ਲਿਆ, ਸਿਰ ਤੇ ਕੁੱਲਾ ਬੰਦਾ ਸੀ, ਤੁਰੇ ਵਾਲੀ ਪੱਗ ਉਹ ਦਿੱਤੀ। ਤੇ ਫਿਰ ਕਹਿਣ ਲੱਗੇ, ਫਕੀਰ ਸਾਈਂ ਮੈਨੂੰ ਪੈਰੋਂ ਨੰਗਾ ਭੇਜਣਾ ਹੀ ਖੁਦਾ ਦੇ ਘਰ, ਮੇਰੇ ਲਈ ਜੁੱਤੀਆਂ ਵੀ ਲਿਆ। ਫਿਰ ਬਾਬਾ ਸੁੰਦਰ ਸਿੰਘ ਬਾਜ਼ਾਰ ਗਏ, ਜੁੱਤੀ ਵੀ ਲਿਆ ਉਸ ਵਾਸਤੇ। ਬਸ ਜੁੱਤੀ ਪਹਿਨੀ ਤੇ ਇੰਜ ਸਲਾਮ ਕਰਕੇ ਚਲਾਣਾ ਕਰ ਗਿਆ। ਜਾਂਦਾ ਰਿਹਾ ਉਹ ਫਕੀਰ। ਬਾਬਾ ਸੁੰਦਰ ਸਿੰਘ ਉਸ ਦੀਆਂ ਰਮਜ਼ਾਂ ਜੋ ਹੈ ਜਾਣਦੇ ਸਨ। ਚਾਕਰ ਸਾਹਿਬ ਅੱਜ ਮੈਨੂੰ ਦੱਸਣ ਲੱਗੇ ਵੀ ਬਾਬਾ ਸੁੰਦਰ ਸਿੰਘ ਦਾ ਵੀ ਮਨ ਇੱਕ ਦਿਨ ਅੜੀ ਕਰ ਬੈਠਾ। ਅੰਮ੍ਰਿਤ ਵੇਲਾ ਸੀ ਤੇ ਸੀਤ ਲਹਿਰ ਚੱਲ ਰਹੀ ਸੀ, ਬਹੁਤ ਠੰਡ, ਕਿਉਂਕਿ ਕਸ਼ਮੀਰ ਦੀ ਘਾਟੀ ਦੇ ਥੱਲੇ ਹੀ ਸੀ ਅਲੀ ਬੇਗ। ਭਾਵੇਂ ਨੇੜੇ ਗੁਜਰਾਤ ਤੇ ਜੇਲਮ ਜ਼ਿਲ੍ਹਾ ਲੱਗਦਾ ਸੀ, ਪਰ ਇਹ ਕਸਬਾ ਕਸ਼ਮੀਰ ਦੇ ਚ ਪੈ ਜਾਂਦਾ ਸੀ। ਆਖਰੀ ਕਸਬਾ, ਅੱਗੋਂ ਪੰਜਾਬ ਸ਼ੁਰੂ ਹੋ ਜਾਂਦਾ ਸੀ। तो ठंड काफी सी। मन अड़ी कर गया। इतनी शीत लहर है, और उस जमाने सतपुरुष इस तरह दी आत्मावां करीबन करीबन ठंडे पानी नाल नहांदियां सन। गर्म पानी का रिवाज ही नहीं सी। ये तो सहजे सहजे सब कुछ बदले। भाई शीत लहर है, ठंड है, पानी बड़ा ठंडा है, अज नहीं नहांदे। कशमकश चली। उस कशमकश दे च अमृत वेले दा नितनेम जप ये भी दुबदा च रहा। होया कि अजे सूरज नहीं निकले, अजे अंधेरा है। एकदम चले गए दूर, नदी वगदी सी, नहर ठंडी। उस ठंडी नहर च खड़े हो गए।
कहन लगे, हे मना, तू ठंड करके अज आलस कीता, अज तेनों सजा देनी है, मुड़ के अड़ी नहीं करेगा। मैनूं चाकर साहब दसदे रहे, डेरे च सवेर होई ते लोकी लभन बाबा जी कित्थे ने। कोई 9 बजे के करीब जब धुप निकली, पूरा चानना होया ते पता चलिया नहर दे च खड़े ने। लियांदा बाबिया नूं पुछया, ऐसा क्यों? कहंदा की करी, अज मन अड़ी कर गया। तो इस तो मैं अंदाजा लगाया बाबा फरीद मामूली तपीश्वर नहीं है, पहुंचे होया सूफी संत है। कहंदा कर गया मन अड़ी, अज न सुती कंत स्यों, अंग मुड़े मुड़ जाए, जाए पुछो डोहागणी, तुम क्यों रहन बिहाए। इस वास्ते मन नाल ते हर वक्त जंग करनी पैगी। और इस पंक्ति दे कुछ होर भी अर्थ ना कर लेना। कलगीधर पिता दी पंक्ति, खालसा सो जो करे नित जंग, खालसा सो जो चढ़े तुरंग, नित जंग, हर वक्त लड़े। तो इसका मतलब हर वक्त लड़ाई लई कोई माहौल बनावे, जब सुलह सफाई भी होवे तो कोई दुश्मन लभे लड़न वास्ते या किसी नूं दुश्मन बनावे, ये अर्थ नहीं है। खालसा सो जो करे नित जंग, खालसा हर वक्त अपने मन नाल जंग करे। क्यों? मन लोचे बुरियाइयां, गुर शब्दी ए मन होड़िए। ਇਹਦੇ ਚ पैदा हो जाते हैं ख्याल। मैनू एक हाफिज का बौल भी याद आया। उसने भी एक दिन अमृत वेले तस्बीह सुट दी, फजर की नमाज नहीं पढ़ी, अमृत वेले की नमाज नहीं पढ़ी, कुरान शरीफ की तलावत भी नहीं की थी। रोज करते हैं, चलो एक दिन ना ही सही तो की हो गया। ये हाफिज का फैसला। और ईरान दे जितने सूफी संत होए ने, ईरानी सब तो सिरमौर मनते ने हाफिज नूं। इसका मकबरा, इसकी कबर सोने की बनाई है और ये उपर जिहड़ा मकबरा है वह कच्छ का बनाया है। कच्छ लाया नहीं, कच्छ नूं पिघला के ढाल के उसे दियां दीवारां, उसे दा ही गुंबद। ईरानी कारीगरी का एक नमूना। मैं जद इस गुंबद नूं देखिया, इस कबर नूं देखिया, भावें मैनूं भाई मक्खण सिंह तैरान तो लै गए सन और कहंदे सन, ज्ञानी जी 4 बजे वापस चलांगे। मैं कहा भाई साहब जी गल इस तरह, हुण तुसीं वापस जाओ, मैं कल आवांगा। मैं इस जगह ने मैनूं इन्ना प्रभावित किया। एक तो ईरानी कारीगरी का नमूना, एक चारों पासे लोकी कुरान की तलावत पे करते हैं, दूजी इत्थों की कोई वाइब्रेशन भी ऐसी है, गुरु चेते आउंदा है। मैं कहा अज मैं इत्थे रहांगा। इतना खूबसूरत उन्होंने मकबरा बनाया है, लेकिन मैं उसका कलाम पढ़ के हैरान होया, ओदा मन भी अड़ी कर गया। और पता है की कहंदा, मरा दर मंजिले जाना चे अमनो ऐश चों हरदम। ऐ खुदा, सुनिया सी जो तेरे रस्ते ते चल रहे ने, बड़ा सुकून है, बड़ा आनंद है, बड़ा रस है। साडी झोली दे ते सिवाए चिंता, दुख, कलेश, तनाव तो होर कुछ नहीं। हाफिज सुने तू आनंद है, सुने तू महारस है, सुने तू नूर ही नूर है, पर साडी दुनिया दे ते सिवाए अंधेरे तो होर कुछ भी नहीं है। होवेगा तू नूर। तस्बीह परों रख दी, मन बागी हो गया। कुरान की तलावत भी नहीं की थी, पाठ भी नहीं किया, वजू भी नहीं किया। वजू इन्हां दा 5 इशनाना होंदा है, नहीं किया। और गजब की गल गल छुपाई भी नहीं, सामने प्रगट भी कर दी। मरा दर मंजिले जाना
जे अमनो ऐश चों हरदम, कोई ऐश नहीं, कोई सुकून नहीं, कोई सुख नहीं। सुनिया हे प्रभु ऐशी ऐश है तेरे नाम दे, आनंद ही आनंद है, रस ही रस है, चानना ही चानना है। सानू ते सिवाए ठोकरां दे होर कुछ नहीं लभ्या, सानू ते सिवाए मत्था मारन दे होर कुछ भी नहीं लभ्या। पर दूसरी पंक्ति बड़ी गजब दी, जरस फरियाद में दारद के बरबंदे द महमलहा। किधरे हाफिज दे कन्ना च पड़ोसी ने खबर पाई कि थोड़े पड़ोस दे परले पासे जो मुखिया रहिंदा सी चलाना कर गए। घर दे थानू याद पे कर देन। सुट्टी हुई तस्बीह हाफिज ने चुक लई, परे सुट्टी हुई कुरान शरीफ भी चुक लई। वुजू साजन लग पिया, नमाज पढ़न लग पिया। कहंदा जरस फरियाद में दारद के बरबंदे द महमला, मौत दा घड़ियाल वज रहा है, चल रुकदा क्यों है, किधर रस्ते च ही ना रह जाए, जिंदगी दा अंत हो जाए तो तू खुदा तक ही ना पहुंचे। मौत दे ख्याल ने फिर ये तस्बीह चुकन ते मजबूर कर दिता है, फिर कुरान शरीफ पढ़न ते मजबूर कर दिता है। फिर मैं वुजू साजे और अगां चल के कहंदा है शबे तारीक बीमे मौज गर्दा वेचो नहीं आयल, कुजादा निंदे हाले मां सुबुक सारा ने साहिल हा। कहंदा खड़ा मैं उरारां ते पारला कंडा ते मैनू दिखाई नहीं देंदा। संसार दे च मैं खड़ा, निरंकार दी ते कोई समझ कोई नहीं, कुछ भी झलक नहीं। धन दे च मैं खड़ा, धर्म दा ते कोई बोध नहीं। पदार्थां दे च मैं बैठा हां, परमात्मा दी ते कोई समझ नहीं। प्रभाव दे च जी रहा मैं संसार दे, खुदा दा ते कोई प्रभाव नहीं। परला कंडा मैनू नहीं दिखाई देंदा, भाव खुदा नहीं दिखाई देंदा, कुछ समझ नहीं, कुछ पता नहीं। शबे तारीक बीमे मौज गर्दा वेचो नहीं आयल, पारला कंडा भी नहीं दिखाई देंदा ते शबे तारीक रात भी हनेरी है। ते दरिया दे च घुमण घेरी भी बड़ी है, ते पार जान दे शौक करके भावें कंडा मैनू नहीं दिखाई देता। खुदा दा एक शौक, भावें खुदा दी समझ कोई नहीं। चल पिया और दरिया दे च पैर पा बैठा, घुमण घेरे च फस गया। आप दी ज्ञात लई अर्ज करा, मनुख दे अंदर एक कोई बुरा विचार आ जाए ना अंदर, वो अंदर घुमण घेरी बना देंदा है और उसे तरह का विचार बार बार आवेगा, बार बार उसे तरह का आवेगा। थोड़ी जी भी तब्दीली नहीं होगी, उसकी थोड़ा जिहा भी परिवर्तन नहीं होगा। वो अपनी रेखा बना जाता है, वो अपना घेरा बना जाता है। जरूर सोचना, अंदर जात मारना, गुस्ताखी माफ। एक बुरा विचार आ जाए, जिस ढंग का आया है पहली दफा, हुण जो पहली दफा आया है बार बार आएगा, क्योंकि घेरा बन गया है, उन्हें अपना दायरा बना लिया है, उसने अपनी जगह बना ली है। बार बार आएगा और उसे तरह ही आएगा, बिना तब्दीली तो आएगा। जो थोड़े बहुत कदी अंतर्मुखी होंदे होवन, सिर्फ गुरुद्वारा मनोरंजन ही नहीं, समा पास करने का ढंग नहीं, कदी कदी जो जात मारदे उन्होंने रोंदे ने ऐसे पुरुष। एक बुरा विचार आया है, दायरा बन जाता है, घेरा बन जाता है और मुड़ मुड़ के वो विचार उसे दायरे च घूमता है। दिन दे कई कई दफा आवेगा,
शायद रात नूं सुपनियां च भी आवे। ये फकीर कहंदा है, पारला कंडा दिखाई नहीं देंदा, घुम्मण घेरे च मैं फसिया ते दूसरा नाल भी मेरे कोई नहीं। जिहो जिहां दी बंदगी मैं कर रहा, मेरा कोई साथी भी नहीं है। कर्मकांडी लोग लभदे ने, किसी दी कोई कामना, किसी दी कोई कामना, किसी दी कोई इच्छा, किसी दी कोई इच्छा। इस तरह दे खुदा दे मार्ग दे चलदे लोग दिखाई देंदे ने। मैनू तो कोई साथी भी नहीं दिखाई देंदा जिस दे अंदर सिर्फ खुदा दी इच्छा होवे और कुछ भी नहीं। खुदा ही चाहिए।